ਤਨਾਸਰੀ ਬਾਣੀ ਭਗਤਾਂ ਕੀ ਤਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ਰਹਾਉ। ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆਂ ਸਾਧਨ ਲੀਕਾ ਅਨਾਜ ਮੰਗੋ ਸਤ ਸੀਕਾ। ਗਊ ਭੈਂਸ ਮੰਗੋ ਲਾਵੇਰੀ ਇਗਤਾ ਜਨ ਤੁਰੀ ਚੰਗੇਰੀ। ਕਰ ਕੀ ਗੀਹਨ ਚੰਗੀ ਜਨ ਧੰਨਾ ਲੀਵੈ ਮੰਗੀ। ਕਰ ਕੀ ਗੀਹਨ ਚੰਗੀ ਜਨ ਧੰਨਾ ਲੀਵੈ ਮੰਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚੌਰ ਤਖਤ ਛਤਰ ਤਥਾ ਵਕਤ ਦੇ ਮਾਲਕ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਵਡਭਾਗੀ ਮਾਈ ਭਾਈ ਸਤ ਸੰਗੀ ਜਨੋ, ਆਓ ਅੱਜ ਦਾ ਸ਼੍ਰੀ ਮੁੱਖ ਵਾਕ ਜੋ ਤਨਾਸਰੀ ਰਾਗ ਵਿੱਚੋਂ ਸ਼੍ਰੋਮਣੀ ਭਗਤ ਧੰਨਾ ਜੀ ਦਾ ਉਚਾਰਨ ਕੀਤਾ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੇ ਮਹਾਂਪੁਰਸ਼ਾਂ ਦੀ ਗੁਰਬਾਣੀ ਰਚਨਾ ਹੈ ਉਹ ਸਾਰੇ ਹੀ ਸ਼੍ਰੋਮਣੀ ਮਹਾਂਪੁਰਸ਼ ਹੈ। ਇਸ ਲਈ ਅਸੀਂ ਹਰ ਇੱਕ ਨੂੰ ਸ਼੍ਰੋਮਣੀ ਭਗਤ, ਸ਼੍ਰੋਮਣੀ ਸੰਤ, ਸ਼੍ਰੋਮਣੀ ਭੱਟ ਤੇ ਸ਼੍ਰੋਮਣੀ ਸਤਿਗੁਰੂ ਦਾ ਨਾਮ ਹੀ ਦਿੰਦੇ ਹਾਂ। ਇਹ ਨਾ ਸਮਝਣਾ ਕਿ ਕੇਵਲ ਇਹੀ ਭਗਤ ਸ਼੍ਰੋਮਣੀ ਹੈ। ਜਿਤਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਈਮਾਨ ਨੇ ਸਾਰੇ ਹੀ ਸਿੰਘਾਸਨ ਦੇ ਮਾਲਕ ਨੇ, ਸਾਰੇ ਹੀ ਗੁਰਤਾ ਗੱਦੀ ਦੇ ਮਾਲਕ ਨੇ ਔਰ ਸਾਰਿਆਂ ਦੇ ਉੱਪਰ ਹੀ ਚੌਰ ਸਾਹਿਬ ਹੋ ਰਿਹਾ ਹੈ। ਸਾਰਿਆਂ ਦੇ ਸੀਸ ਤੇ ਚੰਦੋਆ ਸਾਹਿਬ ਲੱਗਾ ਹੈ। ਇਸ ਲਈ ਅਸੀਂ ਕਹਿੰਦੇ ਜੁਗੋ ਜੁਗ ਅਟਲ ਔਰ ਸਾਰੇ ਜੁਗੋ ਜੁਗ ਅਟਲ।
जुगो जुग अटल ਦਾ ਵੀ ਬੜਾ ਵੱਡਾ ਭੇਦ ਹੈ ਕਿ ਜੁਗੋ ਜੁਗ ਅਟਲ ਅਸੀਂ ਕਿਉਂ ਕਹਿੰਦੇ ਹਾਂ ਤੇ ਇਹਦਾ ਕਾਰਨ ਕੀ ਹੈ। ਇਹਦਾ ਸੰਬੰਧ ਸਾਡੇ ਮਨਾਂ ਨਾਲ ਹੈ, ਕਿਉਂਕਿ ਬਾਣੀ ਵਿੱਚ ਮਨ ਦੀ ਗੱਲ ਕੀਤੀ ਗਈ ਹੈ। ਮਨ ਨੂੰ ਉਪਦੇਸ਼ ਦਿੱਤਾ ਹੈ, ਮਨ ਨੂੰ ਸਮਝਾਇਆ ਹੈ, ਮਨ ਨੂੰ ਜੋਤ ਸਰੂਪ ਵੀ ਦੱਸਿਆ ਹੈ ਤੇ ਮਨ ਨੂੰ ਗਧਾ ਵੀ ਦੱਸਿਆ ਹੈ, ਕਿਉਂਕਿ ਮਨ ਨੂੰ ਉਪਦੇਸ਼ ਦਿੱਤਾ ਹੈ। ਤੇ ਮਨ ਜਿਹੜਾ ਉਹ ਇਹ ਨਹੀਂ ਕਿ ਕਲਯੁਗ ਦੇ ਵਿੱਚ ਬਣਿਆ, ਇਹ ਵੀ ਨਹੀਂ ਕਿ ਉਹ ਸਤਯੁਗ ਵਿੱਚ ਬਣਿਆ ਸੀ। ਮਨ ਤੇ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਇਹ ਉਦੋਂ ਦਾ ਹੀ ਬਣਿਆ ਹੋਇਆ, ਤੇ ਜਦੋਂ ਤੱਕ ਇਹ ਸ੍ਰਿਸ਼ਟੀ ਰਹਿਣੀ ਹੈ ਉਦੋਂ ਤੱਕ ਹੀ ਮਨ ਨੇ ਕਾਇਮ ਰਹਿਣਾ ਹੈ। ਇਸ ਵਾਸਤੇ ਇਹ ਬਾਣੀ ਸਾਡੇ ਮਨ ਨਾਲ ਜੁੜੀ ਹੋਈ ਹੈ। ਇਹ ਕਾਰਨ ਹੈ ਜੁਗੋ ਜੁਗ ਅਟਲ ਕਹਿਣ ਦਾ, ਕਿ ਇਹ ਬਾਣੀ ਹਮੇਸ਼ਾ ਅਮਰ ਹੈ। ਔਰ ਬਾਣੀ ਸਾਨੂੰ ਇਹ ਨਹੀਂ ਕਿ 400 ਸਾਲ ਤੋਂ ਹੀ ਮਿਲੀ ਹੈ। ਬਾਣੀ ਦਾ ਜਿਹੜਾ ਗਿਆਨ ਹੈ, ਬਾਣੀ ਦਾ ਜੋ ਵਿਚਾਰ ਹੈ, ਇਹ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਆ ਰਿਹਾ। ਕੇਵਲ ਗੁਰੂ ਸਾਹਿਬ ਜੀ ਨੇ ਸਾਨੂੰ ਅੱਖਰ ਨਵੇਂ ਦਿੱਤੇ ਹੈ, ਸਾਨੂੰ ਲਿਪੀ ਨਵੀਂ ਦਿੱਤੀ ਹੈ, ਸਾਨੂੰ ਕਾਵਿ ਰਚਨਾ ਨਵੀਂ ਦਿੱਤੀ ਹੈ, ਪਰ ਗਿਆਨ ਤੇ ਇਹ ਪੁਰਾਤਨ ਸਮੇਂ ਤੋਂ ਹੀ ਤੁਰਿਆ ਆ ਰਿਹਾ। ਤਾਂ ਹੀ ਲਿਖਿਆ ਕਿ ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਗਰ ਨਾ ਕੋਈ। ਗੁਰੂ ਨਾਨਕ ਦੀ ਇਹ ਵਿਚਾਰ ਤੇ ਜੁਗਾ ਜੁਗੰਤਰਾਂ ਤੋਂ ਵਰਤ ਰਹੀ ਹੈ ਤੇ ਵਰਤਦੀ ਰਹਿਣੀ ਹੈ। ਇਹਨੇ ਕਦੇ ਨਾਸ਼ ਨਹੀਂ ਹੋਣਾ। ਹਾਂ, ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪੁਰਾਣੇ ਹੋ ਸਕਦੇ ਹੈ, ਬਿਰਧ ਹੋ ਸਕਦੇ ਹੈ, ਫਟ ਸਕਦੇ ਹੈ, ਸੰਸਕਾਰੇ ਜਾ ਸਕਦੇ ਹੈ, ਨਵੇਂ ਪ੍ਰਿੰਟ ਕੀਤੇ ਜਾ ਸਕਦੇ ਹੈ। ਇਹ ਇੱਕ ਬਾਹਰੀ ਸਰੂਪ ਹੈ ਤੇ ਬਾਹਰੀ ਸਰੂਪ ਕਿਸੇ ਦਾ ਵੀ ਜਿਹੜਾ ਹੈ ਉਹ ਹਮੇਸ਼ਾ ਨਹੀਂ ਰਹਿੰਦਾ, ਨਾ ਕਿਸੇ ਮਨੁੱਖ ਦਾ, ਨਾ ਕਿਸੇ ਗੁਰੂ ਪੀਰ ਦਾ, ਨਾ ਕਿਸੇ ਦੇਵੀ ਦੇਵਤੇ ਦਾ, ਨਾ ਕਿਸੇ ਅਵਤਾਰ ਤੇ ਪੀਰ ਪੈਗੰਬਰ ਦਾ। ਤਾਂ ਹੀ ਲਿਖਿਆ ਨਾ ਰਹਿਣ ਨਾ ਪਾਵੇ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮਨ ਜਨ ਸੇਵਾ, ਜੀਵਤ ਤਿਨੀ ਦਰਸ਼ਨ ਪਾਇਆ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਿਰਧ ਹੋ ਸਕਦਾ ਹੈ, ਪਰ ਗਿਆਨ ਬਿਰਧ ਨਹੀਂ ਹੁੰਦਾ। ਜਿਹੜਾ ਗਿਆਨ ਹੈ ਉਹ ਤੇ ਜੁਗੋ ਜੁਗ ਅਟਲ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਲਿਖਦੇ ਨੇ ਕਿ ਗਿਆਨ ਗੁਰੂ ਆਤਮ ਉਪਦੇਸੋ। ਭਾਈ ਤੁਹਾਡਾ ਗੁਰੂ ਗਿਆਨ ਹੈ। ਕੁੰਭੀ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਇਸ ਲਈ ਗਿਆਨ ਗੁਰੂ ਆਤਮ ਉਪਦੇਸ਼, ਗੁਰ ਬਿਨ ਘੋਰ ਗੁਬਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਬਿਨ ਘੋਰ ਅੰਧਾਰ। ਗੁਰੂ ਦੇ ਗਿਆਨ ਤੋਂ ਬਿਨਾ, ਗੁਰੂ ਗਿਆਨ ਤੋਂ ਬਿਨਾ
ਜੀਵਨ ਵਿੱਚ ਘੋਰ ਹਨੇਰਾ ਹੈ, ਘੋਰ ਗੁਬਾਰ ਹੈ। ਤੋ ਭਗਤ ਧੰਨਾ ਜੀ ਸ਼੍ਰੋਮਣੀ ਭਗਤ ਨੇ। ਇਹਨਾਂ ਦੇ 3 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਇੱਕ ਦਾ ਪਾਠ ਤੇ ਤੁਸੀਂ ਹੁਣ ਸੁਣ ਹੀ ਲਿਆ ਹੈ। 2 ਸ਼ਬਦ ਇਹਨਾਂ ਦੇ ਆਸਾ ਰਾਗ ਵਿੱਚ ਦਰਜ ਹਨ। ਤੋ ਅੱਜ ਦਾ ਸ਼ਬਦ ਸਾਨੂੰ ਹੁਕਮਨਾਮੇ ਦੇ ਰੂਪ ਵਿੱਚ ਪ੍ਰਾਪਤ ਹੋਇਆ। ਸਮੁੱਚੀ ਮਨੁੱਖਤਾ ਵਾਸਤੇ ਇਹ ਹੁਕਮ ਹੈ। ਸਮੁੱਚੀ ਮਾਨਵਤਾ ਦਾ ਇਹਦੇ ਵਿੱਚ ਗਿਆਨ ਹੈ। ਭਗਤ ਧੰਨਾ ਜੀ ਇੱਕ ਗਰੀਬ ਕਿਸਾਨ ਸਨ ਔਰ ਰਾਜਸਥਾਨ ਦੇ ਜਾਟ ਸਨ। ਤੇ ਭਗਤ ਧੰਨਾ ਜੀ ਪਸ਼ੂ ਰੱਖਦੇ ਸਨ, ਪਸ਼ੂ ਪਾਲਣ ਕਰਦੇ ਸਨ ਤੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸਨ। ਤੇ ਜਿਸ ਵੇਲੇ ਦਿਨ ਦੁਪਹਿਰੇ ਪਸ਼ੂਆਂ ਨੂੰ ਚਰਾਉਣ ਵਾਸਤੇ, ਗਊਆਂ ਨੂੰ ਚਰਾਉਣ ਵਾਸਤੇ ਭਗਤ ਧੰਨਾ ਜੀ ਨਿਕਲਦੇ ਹੈ ਤੇ ਘਰੋਂ ਨਿਕਲਦਿਆਂ ਹੀ ਰਸਤੇ ਵਿੱਚ ਇੱਕ ਮੰਦਿਰ ਹੈ, ਛੋਟਾ ਜਿਹਾ। ਉਸ ਮੰਦਿਰ ਵਿੱਚ ਇੱਕ ਪੁਜਾਰੀ ਰਹਿੰਦਾ ਹੈ ਤੇ ਮੰਦਿਰਾਂ ਵਿੱਚ ਪੱਥਰ ਦੀਆਂ ਮੂਰਤੀਆਂ ਹੁੰਦੀਆਂ ਨੇ ਤੇ ਉਹਨਾਂ ਮੂਰਤੀਆਂ ਦੀ ਉਹ ਪੂਜਾ ਕਰਦਾ ਹੈ ਤੇ ਉਹਨਾਂ ਮੂਰਤੀਆਂ ਨੂੰ ਉਹ ਇਹ ਕਹਿੰਦਾ ਭਗਵਾਨ ਹੈ, ਇਹ ਮੇਰੇ ਠਾਕੁਰ ਨੇ, ਮੈਂ ਠਾਕੁਰਾਂ ਦੀ ਸੇਵਾ ਕਰਦਾ। ਤਾਂ ਨਾ ਕਈ ਦਿਨ ਤੇ ਖਲੋ ਕੇ ਵੇਖਦਾ ਰਿਹਾ ਕਿ ਇਹ ਪੰਡਤ ਕੀ ਕਰਦਾ ਹੈ, ਪੁਜਾਰੀ ਕੀ ਕਰਦਾ ਹੈ। ਅਖੀਰ ਇੱਕ ਦਿਨ ਪੰਡਤ ਦੀ ਤੇ ਧੰਨੇ ਦੀ ਆਪਸ ਵਿੱਚ ਨਿਗਾਹ ਰਲੀ ਤੇ ਧੰਨਾ ਪੁੱਛਦਾ ਹੈ, ਪੰਡਤ ਜੀ ਆਹ ਤੁਸੀਂ ਕੀ ਕਰਦੇ ਰਹਿੰਦੇ ਹੋ, ਮੈਨੂੰ ਵੀ ਸਮਝਾਓ। ਬ੍ਰਾਹਮਣ ਪੂਜੇ ਦੇਵਤਾ, ਧੰਨਾ ਗਊ ਚਰਾਵਣ ਜਾਵੇ। ਧੰਨਾ ਗਊਆਂ ਚਰਾਵਣ ਜਾਂਦਾ ਹੈ, ਬ੍ਰਾਹਮਣ ਆਪਣੇ ਠਾਕੁਰਾਂ ਦੀ ਪੂਜਾ ਕਰਦਾ ਹੈ। ਤੇ ਉਸ ਵੇਲੇ ਬ੍ਰਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਜਾਵੇ। ਧੰਨੇ ਡਿਠਾ ਚਲਤ ਇਹੋ, ਧੰਨੇ ਨੇ ਇਹ ਕੌਤਕ ਵੇਖਿਆ। ਕਹਿੰਦਾ ਕੀ ਕਰਦੇ ਹੋ? ਕਹਿੰਦਾ ਮੈਂ ਠਾਕੁਰ ਦੀ ਸੇਵਾ ਕਰਦਾ। ਕਹਿੰਦਾ ਠਾਕੁਰਾਂ ਦੀ ਸੇਵਾ ਕਰਕੇ ਕੀ ਮਿਲਦਾ ਹੈ? ਪੰਡਤ ਕਹਿੰਦਾ ਸਾਰਾ ਕੁਝ ਠਾਕੁਰ ਹੀ ਦਿੰਦੇ ਆ। ਇਹਨਾਂ ਠਾਕੁਰਾਂ ਦੀ ਪੂਜਾ ਦੇ ਸਿਰ ਤੇ ਮੈਂ ਬੈਠਾ, ਇਸ ਲਈ ਮੇਰਾ ਫਰਜ਼ ਹੈ ਇਹਨਾਂ ਨੂੰ ਨਿਭਾਉਣਾ, ਧਵਾਉਣਾ, ਕੱਪੜੇ ਬਦਲਣੇ, ਤਿਲਕ ਲਾਉਣਾ, ਇਹ ਮੈਂ ਇਹਨਾਂ ਦੀ ਪੂਜਾ ਕਰਦਾ। ਤਾਂ ਨਾ ਕਰਦਾ ਜੋਦੜੀ, ਮੈਂ ਭੀ ਦੇ ਇੱਕ ਜੇ ਤੁਧ ਭਾਵੈ। ਤਾਂ ਨਾ ਤਰਲਾ ਲੈਂਦਾ ਉਸ ਪੁਜਾਰੀ ਦਾ, ਉਹਦਾ ਨਾਮ ਸੀ ਤਰਲੋਚਨ ਪੁਜਾਰੀ। ਉਸ ਤਰਲੋਚਨ ਪੁਜਾਰੀ ਅੱਗੇ ਜੋਦੜੀ ਕਰਦਾ ਹੈ, ਕਹਿੰਦਾ ਇੱਕ ਠਾਕੁਰ ਮੈਨੂੰ ਵੀ ਦੇ ਦੇ, ਮੈਂ ਵੀ ਠਾਕੁਰ ਦੀ ਸੇਵਾ ਕਰਾਂਗਾ ਤੇ ਮੇਰੀ ਵੀ ਗਰੀਬੀ ਕੱਟੀ ਜਾਏਗੀ, ਮੈਨੂੰ ਵੀ ਠਾਕੁਰ ਦਾਤਾ ਦੇਵੇਗਾ। ਤੇ ਪੰਡਤ ਇਨਕਾਰ ਕਰਦਾ ਹੈ, ਕਹਿੰਦਾ ਤੂੰ ਸ਼ੂਦਰ ਹੈ, ਤੇਰੇ ਘਰ ਠਾਕੁਰ ਨਹੀਂ ਜਾ ਸਕਦੇ ਤੇ ਤੁਹਾਨੂੰ ਤੇ ਕੋਈ ਠਾਕੁਰ ਦੀ ਪੂਜਾ ਪਾਠ ਕਰਨ ਦਾ ਅਧਿਕਾਰ ਹੀ ਨਹੀਂ, ਇਹ ਸਿਰਫ ਬ੍ਰਾਹਮਣਾਂ ਕੋਲ ਹੈ। ਖੈਰ ਕਈ ਦਿਨ ਤਾਂ ਨਾ ਉਹਦੇ ਮਗਰ ਪਿਆ ਰਿਹਾ। ਆਖਰ ਪੁਜਾਰੀ ਬ੍ਰਾਹਮਣ ਦੇ ਮਨ ਵਿੱਚ ਚਲਾਕੀ ਆਈ
ਕਹਿੰਦਾ ਧੰਨੇ ਕੋਲ ਦੁੱਧ ਹੋਣਾ ਬਹੁਤ, ਗਾਈਆਂ ਬਹੁਤ ਹੈ, ਤੇ ਆਪਾਂ ਇਹਦੇ ਕੋਲੋਂ ਆਪਣੇ ਦੁੱਧ ਦਾ ਪ੍ਰਬੰਧ ਕਰ ਲੈਂਦੇ ਹਾਂ ਤੇ ਇੱਕ ਪੱਥਰ ਇਹਨੂੰ ਚੁੱਕ ਕੇ ਫੜਾ ਦਿੰਦੇ। ਜੇ ਪੱਥਰ ਦੇ ਬਦਲੇ ਦੁੱਧ ਮਿਲੇ ਤਾਂ ਸੌਦਾ ਸਸਤਾ ਹੀ ਹੈ। ਇਸ ਤਰ੍ਹਾਂ ਸੋਚ ਕੇ ਪੰਡਤ ਕਹਿੰਦਾ ਧੰਨਿਆ, ਅੱਜ ਮੈਂ ਤੇਰੇ ਤੇ ਖੁਸ਼ ਹਾਂ, ਅੱਜ ਮੈਂ ਤੈਨੂੰ ਠਾਕੁਰ ਦੇ ਦੇਣਾ, ਪਰ ਇਹਦੇ ਬਦਲੇ ਮੈਨੂੰ ਤੂੰ ਕੀ ਦੇਵੇਂਗਾ? ਉਹ ਕਹਿੰਦਾ ਮੇਰੇ ਕੋਲ ਤੇ ਗਾਈਆਂ ਹੀ ਆ ਤੇ ਮੈਂ ਇੱਕ ਤੁਹਾਨੂੰ ਗਾਈ ਦੇ ਦਿਆਂਗਾ, ਤੁਸੀਂ ਦੁੱਧ ਛਕਿਆ ਕਰੋ। ਸਮਝ ਲਓ ਕਿ ਗਾਈ ਇੱਕ ਸੋਹਣਾ ਜਿਹਾ ਪੱਤਾ ਲੱਭ ਕੇ ਉਹਨੂੰ ਸਾਫ਼ ਕਰਕੇ ਕੱਪੜੇ 'ਚ ਲਪੇਟ ਕੇ ਉਹਨੇ ਰੱਖ ਲਿਆ ਧੰਨੇ ਨੂੰ ਦੇਣ ਵਾਸਤੇ, ਕਿਉਂਕਿ ਰਾਜਸਥਾਨ ਵਿੱਚ ਕਿਹੜਾ ਪੱਥਰਾਂ ਦੀ ਘਾਟ ਹੈ, ਉਹ ਤੇ ਧਰਤੀ ਪੱਥਰਾਂ ਦੀ ਹੈ, ਪਹਾੜੀ ਪੱਥਰਾਂ ਦੇ ਨੇ। ਕੋਟੇ ਦਾ ਕੋਟਾ ਸਟੋਨ ਬੜਾ ਮਸ਼ਹੂਰ ਹੈ, ਸਾਰੀ ਦੁਨੀਆ ਵਿੱਚ ਪੱਥਰ ਕੋਟੇ ਤੋਂ ਜਾਂਦਾ ਹੈ। ਤੋ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛੁਡਾਵੇ, ਇੱਕ ਪੱਥਰ ਲਪੇਟ ਕੇ ਦੇ ਦਿੱਤਾ, ਆਪਣਾ ਖਹਿੜਾ ਛੁਡਾਇਆ ਤੇ ਗਊ ਉਹਦੇ ਕੋਲੋਂ ਲੈ ਲਈ। ਜਦੋਂ ਗਊ ਲੈ ਕੇ ਬੰਨ ਲਈ, ਹੁਣ ਗਊ ਦੀ ਸੇਵਾ ਕਰਨੀ ਪੈਣੀ ਸੀ, ਪੱਠੇ ਪਾਉਣੇ, ਪਾਣੀ ਢਾਉਣਾ, ਗੋਹਾ ਚੁੱਕਣਾ, ਧੁੱਪੇ ਛਾਵੇਂ ਕਰਨਾ। ਪੰਡਤਾਣੀ ਕਹਿੰਦੀ ਏ ਕਿੱਥੋਂ ਸਿਆਪਾ ਪਾ ਲਿਆ। ਅਗਲੇ ਦਿਨ ਧੰਨਾ ਆਇਆ, ਉਹਨੂੰ ਕਹਿੰਦਾ ਬਈ ਆਪਣੀ ਗਾਈ ਲੈ ਜਾ, ਤੂੰ ਮੈਨੂੰ ਇਸ ਗਾਈ ਦਾ ਦੁੱਧ ਚੋ ਕੇ ਦੇ ਜਾਇਆ। ਬੜੀ ਚਲਾਕੀ ਹੈ ਪੁਜਾਰੀ ਵਿੱਚ। ਉਹ ਕਹਿੰਦਾ ਜੀ 7 ਬਚਨ। ਹੁਣ ਠਾਕੁਰ ਦੀ ਸੇਵਾ ਦੇ ਬਦਲੇ ਧੰਨਾ ਉਹਨੂੰ ਦੁੱਧ ਦੇਣ ਲੱਗ ਪਿਆ। ਹੁਣ ਪੱਠੇ ਵੀ ਧੰਨਾ ਪਾਵੇ, ਗਊ ਵੀ ਧੰਨਾ ਸਾਂਭੇ, ਤੇ ਜਿਹੜਾ ਦੁੱਧ ਹੈ ਉਹ ਪੁਜਾਰੀ ਪੀਵੇ। ਖੈਰ ਇਹ ਕਿੰਨੇ ਕੁ ਦਿਨ ਚੱਲਣਾ ਸੀ। ਕਹਿੰਦੇ ਉਧਰ ਧੰਨੇ ਦੀ ਸ਼ਰਧਾ ਠਾਕੁਰ ਦੇ ਉੱਪਰ ਬੇਅੰਤ ਹੈ। ਮੈਂ ਪ੍ਰਸੰਗ ਨੂੰ ਛੋਟਾ ਕਰਾਂ। ਅਖੀਰ ਧੰਨੇ ਨੇ ਠਾਕੁਰਾਂ ਵਿੱਚੋਂ ਭਗਵਾਨ ਨੂੰ ਪ੍ਰਗਟ ਕਰ ਲਿਆ। ਗੋਸਾਈ ਪ੍ਰਤੱਖ ਹੋਏ, ਖਾਹੇ ਰੋਟੀ ਮੋਹੇ ਛਾਰ ਪਿਲਾਵੇ। ਪ੍ਰਗਟ ਹੋ ਕੇ ਰੋਟੀ ਖਾਧੀ, ਲੱਸੀ ਪੀਤੀ ਤੇ ਗੁਸਾਈ ਬੜੇ ਖੁਸ਼ ਹੋਏ ਤੇ ਕਹਿੰਦੇ ਨੇ ਧੰਨਿਆ ਦੱਸ ਕੋਈ ਤੇਰੀ ਮੰਗ? ਕਹਿੰਦਾ ਜੀ ਮੰਗਣ ਵਾਸਤੇ ਤੇ ਤੁਹਾਨੂੰ ਸੱਦਿਆ। ਮੈਨੂੰ ਪਤਾ ਹੈ ਜੋ ਜਨ ਤੁਮਰੀ ਭਗਤ ਕਰਨ ਤੇ, ਜਿਨ੍ਹਾਂ ਨੇ ਤੁਹਾਡੀ ਭਗਤੀ ਕੀਤੀ ਹੈ ਉਹਨਾਂ ਦੇ ਬੇੜੇ ਤੁਸੀਂ ਪਾਰ ਕਰ ਦਿੱਤੇ। ਤੇ ਧੰਨੇ ਦੀਆਂ ਮੰਗਾਂ ਭਗਵਾਨ ਦੇ ਚਰਨਾਂ ਵਿੱਚ ਇਉਂ ਧੰਨੇ ਨੇ ਬਿਆਨ ਕੀਤੀਆਂ ਨੇ ਤੇ ਨਾਲ ਹੀ ਗੋਪਾਲ ਜੀ ਦਾ ਆਰਤਾ ਕੀਤਾ। ਕਹਿੰਦਾ ਦੂਜਿਆਂ ਨੇ ਤੇ ਆਰਤੀ ਕੀਤੀ ਨਾ, ਧੰਨੇ ਨੇ ਸਮਝਿਆ ਕਿ ਆਰਤੀ ਛੋਟੀ ਹੁੰਦੀ ਹੈ, ਆਰਤਾ ਵੱਡਾ ਹੋਣਾ। ਇਸ ਲਈ ਕਹਿੰਦਾ ਉਹਨਾਂ ਆਰਤੀ ਕੀਤੀ, ਮੈਂ ਤੁਹਾਡਾ ਆਰਤਾ ਕਰ ਰਿਹਾ। ਆਰਤਾ ਗੋਪਾਲ ਤੇਰਾ ਆਰਤਾ। हे ਗੋਪਾਲ ਜੀ ਤੁਹਾਡਾ ਇਹੀ ਆਰਤਾ ਹੈ, ਕਿਉਂਕਿ ਮੈਂ ਅਨਪੜ੍ਹ ਜੱਟ ਜ਼ਿਮੀਂਦਾਰ, ਮੈਂ ਕੋਈ ਵਿਦਵਾਨ ਪੰਡਤ ਪੁਜਾਰੀ ਨਹੀਂ ਹਾਂ। ਮੈਨੂੰ ਤਾਂ ਇੰਨਾ ਹੀ ਪਤਾ ਹੈ ਕਿ ਜਿਹੜਾ ਤੁਹਾਡੀ ਭਗਤੀ ਕਰਦਾ ਨਾ
ਤੁਸੀਂ ਉਹਦੇ ਸਾਰੇ ਕਾਰਜ ਸਵਾਰਦੇ ਹੋ ਤੇ ਮੇਰੇ ਵੀ ਕਾਰਜ ਸਵਾਰਦੇ ਹੋ। ਧੰਨੇ ਨੇ ਆਪਣੇ ਕਾਰਜ ਰੱਖੇ ਨੇ। ਕਹਿੰਦਾ ਦਾਲ ਸੀਧਾ ਮੰਗੋ ਕੀਓ। ਮੇਰੇ ਘਰ ਵਿੱਚ ਦਾਲ ਵਾਧੂ ਹੋਵੇ, ਆਟਾ ਵਾਧੂ ਹੋਵੇ, ਘਿਓ ਵੀ ਵਾਧੂ ਹੋਵੇ। ਹਮਰਾ ਖੁਸ਼ੀ ਕਰੇ ਨਿਤ ਜੀਓ। ਜਿੰਨਾ ਸਾਡਾ ਦਿਲ ਕਰੇ ਅਸੀਂ ਰੱਜ ਰੱਜ ਖਾਈਏ ਤੇ ਰੱਜ ਰੱਜ ਸਾਧੂਆਂ ਸੰਤਾਂ ਦੀ ਸੇਵਾ ਕਰੀਏ। ਮੇਰੇ ਘਰੋਂ ਕੋਈ ਵੀ ਭੁੱਖਾ ਨਾ ਜਾਵੇ। ਆਹ ਧੰਨੇ ਨੇ ਮੰਗ ਰੱਖੀ। ਸਤਵੇਂ ਪਾਤਸ਼ਾਹ ਦੇ ਜੀਵਨ ਵਿੱਚ ਇੱਕ ਛੋਟੀ ਜੀ ਉਦਾਹਰਨ ਦੇ ਕੇ ਮੈਂ ਅੱਗੇ ਤੁਰਾਂ। ਉਹਨਾਂ ਦੀ ਇੱਕ ਪਾਲਤੂ ਪੁੱਤਰੀ ਸੀ ਰੂਪ ਕੌਰ। ਸਤਵੇਂ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੇ ਬੜੀ ਸੇਵਾ ਕੀਤੀ ਉਹਦੇ ਮਾਤਾ ਪਿਤਾ ਨੇ ਤੇ ਸਤਵੇਂ ਪਾਤਸ਼ਾਹ ਮਹਾਰਾਜ ਖੁਸ਼ ਹੋਏ। ਕਹਿੰਦੇ ਕੁਛ ਮੰਗੋ ਤੇ ਉਹ ਕਹਿੰਦੇ ਸਾਨੂੰ ਸਾਡੀ ਧੀ ਨਾਲ ਸਲਾਹ ਕਰ ਲੈਣ ਦਿਓ, ਕਿਉਂਕਿ ਸੇਵਾ ਪਰਿਵਾਰ ਨੇ ਕੀਤੀ ਸਾਰੇ ਨੇ ਤੇ ਹੁਣ ਜੇ ਮੰਗਣਾ ਤੇ ਫਿਰ ਸਾਰਿਆਂ ਦੀ ਸਲਾਹ ਤੇ ਲੈਣੀ ਚਾਹੀਦੀ ਕਿ ਕੀ ਮੰਗੀਏ। ਜਦੋਂ ਮੰਗਣ ਦਾ ਅਵਸਰ ਆਇਆ ਤੇ ਰੂਪ ਕੌਰ ਨੇ ਇਹ ਸਲਾਹ ਦਿੱਤੀ ਆਪਣੇ ਮਾਤਾ ਪਿਤਾ ਨੂੰ। ਕਹਿੰਦੀ ਤੁਸੀਂ ਇਹ ਮੰਗ ਲਓ ਕਿ ਸਾਡੇ ਘਰੋਂ ਕੋਈ ਵੀ ਭੁੱਖਾ ਨਾ ਜਾਵੇ, ਵੀ ਜੋ ਆਵੇ ਸੋ ਰਾਜੀ ਜਾਵੇ। ਇੱਕੋ ਹੀ ਮੰਗ ਮੰਗੀ ਤੇ ਇਸ ਇੱਕ ਮੰਗ ਦੇ ਵਿੱਚ ਹੀ ਸਾਰਾ ਕੁਝ ਆ ਗਿਆ। ਮਹਾਰਾਜ ਜੀ ਮੁਸਕਰਾ ਪਏ, ਕਹਿਣ ਲੱਗੇ ਵਾਹ ਸਿੱਖੋ, ਤੁਸੀਂ ਇੱਕੋ ਲਫ਼ਜ਼ ਵਿੱਚ ਸਾਰਾ ਕੁਝ ਹੀ ਮੰਗ ਲਿਆ। ਹੁਣ ਤੁਹਾਡੇ ਘਰ ਧਨ ਦੌਲਤ ਜ਼ਮੀਨ ਜਾਇਦਾਦ ਦੁੱਧ ਘਿਓ ਘਰੋਂ ਨਾ ਕਰ ਦਿੰਦਾ। ਕਹਿੰਦਾ ਘਰ ਹੀ ਕੋਈ ਨਹੀਂ, ਜਾਓ। ਪਰ ਜਿਹਦੇ ਘਰ ਵਿੱਚ ਸਾਰਾ ਕੁਝ ਹੋਵੇ ਉਹ ਕਹਿੰਦਾ ਮੇਰੇ ਘਰੋਂ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ। ਤੇ ਇਸੇ ਤਰ੍ਹਾਂ ਧੰਨਾ ਕਹਿੰਦਾ ਕਿ ਹਮਰਾ ਖੁਸ਼ੀ ਕਰੇ ਨਿਤ ਜੀਓ। ਜਿੰਨਾ ਮੇਰਾ ਦਿਲ ਕਰੇ ਫਿਰ ਬੰਨੀਆਂ ਜੁੱਤੀ ਜੋੜਾ ਵਧੀਆ ਹੋਵੇ, ਸਾਧਨ ਕੱਪੜੇ ਪੁਸ਼ਾਕ। ਪਹਿਲਾਂ ਖੁਰਾਕ ਮੰਗੀ, ਹੁਣ ਪੁਸ਼ਾਕ ਮੰਗੀ। ਅਨਾਜ ਮੰਗੋ ਸਤ ਸੀਕਾ। ਅਨਾਜ ਐਸਾ ਬਖਸ਼ੋ ਕਿ ਹਰ ਕਿਸਮ ਦਾ ਅਨਾਜ ਮੇਰੇ ਘਰ ਵਿੱਚ ਹੋਵੇ। 7 ਕਿਸਮ ਦਾ ਅਨਾਜ ਮੰਨਿਆ ਦੁਨੀਆ ਵਿੱਚ, 7 ਕਿਸਮ ਦਾ ਅਨਾਜ ਮੇਰੇ ਘਰ ਵਿੱਚ ਹੋਵੇ। ਤੁਸੀਂ ਹੁਣ ਵੀ ਕਿਤੇ ਪੰਸਾਰੀ ਦੀ ਦੁਕਾਨ ਤੇ ਜਾਓ, ਉਹਨਾਂ ਨੂੰ ਆਖੋ ਸਾਨੂੰ ਸਤਨਾਜਾ ਦੇ ਦੇ। 7 ਅਨਾਜਾ, 7 ਕਿਸਮ ਦਾ ਅਨਾਜ, ਤੇ ਉਹ ਤੁਹਾਨੂੰ 7 ਕਿਸਮ ਦਾ ਅਨਾਜ ਮਿਲਾ ਕੇ ਦੇ ਦੇਣਗੇ। ਅੱਜ ਵੀ ਹੈ, ਪਰ ਸਾਨੂੰ ਪਤਾ ਨਹੀਂ, ਗਿਆਨ ਨਹੀਂ, ਕਦੇ ਅਸੀਂ ਖਾਧਾ ਨਹੀਂ, ਕਦੇ ਵੇਖਿਆ ਨਹੀਂ। ਪੁਰਾਣੇ ਸਮੇਂ 'ਚ 7 ਕਿਸਮ ਦਾ ਅਨਾਜ ਲੋਕ ਖਾਂਦੇ ਸਨ। ਆ ਜਿਹੜੀ ਕਣਕ ਹੈ ਇਹ ਤੇ ਅੰਗਰੇਜ਼ ਲੈ ਕੇ ਆਏ। ਕਣਕ ਇਸ ਧਰਤੀ ਦਾ, ਹਿੰਦੁਸਤਾਨ ਦਾ ਅਨਾਜ ਨਹੀਂ ਸੀ, ਇਹ ਤੇ ਵਿਦੇਸ਼ ਤੋਂ ਆਇਆ। ਇਸ ਧਰਤੀ ਦਾ ਅਨਾਜ ਸੀ ਮੱਕੀ, ਬਾਜਰਾ, ਰੂੰਗੀ, ਅਰਹਰ ਇਤਿਆਦਿ ਕਈ ਤਰ੍ਹਾਂ ਦੇ 7 ਤਰ੍ਹਾਂ ਦੇ ਅਨਾਜ ਸਨ। ਧੰਨੇ ਨੇ ਇਹ ਸਾਰਾ ਕੁਛ ਹੀ ਮੰਗ ਲਿਆ। ਦੂਜਾ ਅਰਥ ਇਹਦਾ ਇਹ ਵੀ ਹੁੰਦਾ ਹੈ ਕਿ 7 ਸੀਕਾ, ਜਿਹੜੀ ਪੈਲੀ 7 ਸਿਆੜ ਕੱਢੇ ਜਾਣ, ਭਾਵ ਹੜ ਜਿਹਦੇ ਵਿੱਚ 7 ਵਾਰੀ ਚੱਲੇ ਤੇ ਫਿਰ ਉਹ ਵੱਤ ਹੋਵੇ
ਤੇ ਫਿਰ ਉਹਦੇ ਵਿੱਚ ਜਿਹੜਾ ਅਨਾਜ ਬੀਜਿਆ ਜਾਵੇ ਉਹ ਬਹੁਤ ਤਾਕਤਵਰ ਅਨਾਜ ਹੁੰਦਾ ਹੈ, ਕਿਉਂਕਿ ਧਰਤੀ ਏਡੀ ਪੋਲੀ ਤੇ ਮੁਲਾਇਮ ਹੋ ਜਾਂਦੀ ਹੈ। ਗਊ ਭੈਂਸ ਮੰਗਉ ਲਾਵੇਰੀ, ਕਤਾ ਜਨ ਤੁਰੀ ਚੰਗੇਰੀ। ਗਊ ਮੱਝਾਂ ਲਵੇਰੀਆਂ ਦੁੱਧ ਦੇਣ ਵਾਲੀਆਂ, ਇੱਕ ਘੋੜੀ ਤਾਜਨ ਜਾਤੀ ਦੀ ਖੁਰਾਸਾਨੀ, ਘੋੜੀ ਵੀ ਬਖਸ਼ੋ। ਫਿਰ ਘਰ ਕੀ ਗੀਹਨ ਚੰਗੀ, ਇਸ ਸਾਰੇ ਘਰ ਨੂੰ ਸਮਾਨ ਨੂੰ ਸੰਭਾਲਣ ਵਾਸਤੇ ਇੱਕ ਚੰਗੀ ਜੀਵਨ ਸਾਥਣ, ਜਿਹੜੀ ਉਹ ਵੀ ਭਗਤੀ ਕਰਨ ਵਾਲੀ ਹੋਵੇ, ਮੇਰੀ ਭਗਤੀ ਵਿੱਚ ਵਿਘਨ ਨਾ ਪਾਵੇ, ਰੁਕਾਵਟ ਨਾ ਬਣੇ, ਬਲਕਿ ਨਾਲ ਭਗਤੀ ਕਰੇ। ਜਨ ਧੰਨਾ ਲੇਵੈ ਮੰਗੀ, ਤੁਹਾਡਾ ਧੰਨਾ ਜਨ, ਇਹ ਸਾਰਾ ਕੁਛ ਤੁਹਾਡੇ ਤੋਂ ਮੰਗਦਾ ਹੈ। ਇਹ ਮੇਰੀ ਅਰਦਾਸ ਹੈ, ਇਹ ਮੇਰੀ ਬੇਨਤੀ ਹੈ। ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਦੀ ਹਜ਼ੂਰ ਖਿਮਾ ਕਰਨ। ਸਮੂਹ ਸਾਧ ਸੰਗਤ ਦੀ ਹਾਜ਼ਰੀ ਸੇਵਾ ਗੁਰੂ ਦਰ ਪ੍ਰਵਾਨ ਹੋਵੇ। ਕਰੋ ਗੁਰੂ ਫਤਿਹ ਸਾਂਝੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਸਤਿਕਾਰਯੋਗ